गौड़ी महला पहला। किरत पया नह मेटै कोय, क्या जाना क्या आगै होए। ਕੀਤੇ ਹੋਏ ਕਰਮਾਂ ਦਾ ਲੇਖ ਜੋ ਮੱਥੇ ਤੇ ਪਿਆ ਹੈ ਉਹ ਭੋਗੇ ਤੋਂ ਬਗੈਰ ਮੇਟ ਨਹੀਂ ਸਕਦਾ। ਕੀ ਜਾਣੀਏ ਫਿਰ ਅੱਗੇ ਗਿਆ ਕੀ ਹਾਲ ਹੋਵੇਗਾ, ਕਿਉਂਕਿ ਮੱਥੇ ਦਾ ਕਿਰਤ ਪੈ ਗਿਆ ਆਪਣਾ। ਜਦੋਂ ਕਿਰਤ ਪੈ ਜਾਂਦਾ, ਕਿਰਤ ਪਾਉਣ ਤੋਂ ਪਹਿਲਾਂ ਸੋਚ ਲਓ ਵੀ ਇਹ ਕੰਮ ਪਾਉਣਾ ਕਿ ਨਹੀਂ ਪਾਉਣਾ। ਜਦੋਂ ਆਪਾਂ ਪੁਕਾਰ ਕੇ ਕਹਿੰਦੇ ਆਹ ਗੱਲ ਨਾ ਕਰੋ, ਆਹ ਚੀਜ਼ਾਂ ਨਾ ਖਾਓ, ਉਦੋਂ ਲੋਕ ਸਾਨੂੰ ਆਪਣੀ ਮੱਤ ਦੇਣੀ ਸ਼ੁਰੂ ਕਰ ਦਿੰਦੇ। ਕਿਉਂ ਨਹੀਂ ਜੀ, ਫਲਾਣੇ ਥਾਂ ਲਿਖਿਆ, ਫਲਾਨੀ ਮਰਿਆਦਾ ਹੈ, ਮਹਾਰਾਜ ਨੇ ਵੀ ਐਂ ਕੀਤਾ ਹੈ। ਦੇਖ ਲਓ ਤੁਸੀਂ, ਫਿਰ ਆਪੇ ਅੰਦਾਜ਼ਾ ਲਾ ਲਓ। ਸਤਿਗੁਰੂ ਕਹਿੰਦੇ ਜਦੋਂ ਮੱਥੇ ਤੇ ਇੱਕ ਵਾਰ ਕਿਰਤ ਪੈ ਗਈ, ਉਦੋਂ ਬਾਅਦ ਉਹ ਮਿਟਣੀ ਨਹੀਂ, ਫਿਰ ਉਹ ਭੋਗਣੀ ਹੋਈ ਪੈਣੀ ਹੈ। ਫਿਰ ਉਹ ਅੱਗੇ ਜਾ ਕੇ ਕੀ ਹਾਲ ਹੋਵੇਗਾ, ਕਹਿੰਦੇ ਤੁਸੀਂ ਆਪ ਅੰਦਾਜ਼ਾ ਲਾਓ। ਜੋ ਤਿਸ ਭਾਣਾ ਸੋਈ ਹੂਆ, ਅਵਰ ਨਾ ਕਰਨਾ ਵਾਲਾ ਦੂਆ। ਜੋ ਪ੍ਰਮਾਤਮਾ ਦਾ ਹੁਕਮ ਹੁੰਦਾ ਉਹੀ ਕੁਝ ਹੁੰਦਾ। ਹੁਣ ਉਹ ਤੋਂ ਬਿਨਾਂ ਹੋਰ ਕਿਸੇ ਕੋਲ ਜਾ ਕੇ ਰੌਲਾ ਪਾਓ ਜੀ ਮੇਰੇ ਮੱਥੇ ਲੇਖ ਠੀਕ ਕਰ ਦਿਓ, ਕੱਟ ਦਿਓ, ਉਹ ਐਵੇਂ ਫਜ਼ੂਲ ਗੱਲਾਂ ਹੀ ਹੈ। ਕਿਉਂਕਿ ਉਹਦੀ ਲਿਖੀ ਹੋਈ ਕਲਮ ਜਿਹੜੀ ਚੱਲਦੀ ਹੈ, ਲਿਖ ਦਿੰਦੀ, ਜਦੋਂ ਉਹਨੂੰ ਮੇਟਣ ਲਈ ਕੋਈ ਹੋਰ ਸਮਰੱਥ ਨਹੀਂ। ਹੋਰ ਕਿਸੇ ਕੋਲ ਜਾ ਕੇ ਰੋਣਾ ਧੋਣਾ ਛੱਡੋ। ਨਾ ਜਾਣਾ ਕਰਮ ਕੇਵੜ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ। ਮੈਂ ਨਹੀਂ ਜਾਣਦਾ ਕਿ ਆਪ ਦਾ ਕਰਮ ਜਿਹੜੀ ਬਖਸ਼ਿਸ਼ ਉਹ ਕਿੰਨੀ ਕੁ ਹੈ ਅਤੇ ਤੁਹਾਡੀ ਦਾਤ ਕਿੱਡੀ ਕੁ ਹੈ, ਅਤੇ ਕਰਮ ਵੀ ਧਰਮ ਵੀ ਜਾਤੀ ਵੀ ਮੈਂ ਕੁਛ ਤੇਰੇ ਨਾਮ ਦੀ ਪ੍ਰੀਤੀ ਨਹੀਂ ਜਾਣਿਆ। ਸਾਰਾ ਕੁਛ ਮੇਰਾ ਕਰਮ ਵੀ ਵਾਹਿਗੁਰੂ, ਮੇਰਾ ਧਰਮ ਵੀ ਵਾਹਿਗੁਰੂ, ਮੇਰੀ ਜਾਤੀ ਵੀ ਵਾਹਿਗੁਰੂ, ਮੈਂ ਸਭ ਕੁਝ ਨਾਮ ਨੂੰ ਜਾਣਿਆ। ਮੈਨੂੰ ਨਹੀਂ ਪਤਾ ਕਿ ਕੀ ਨਾਮ ਹੁੰਦਾ, ਕੀ ਕਰਮ ਧਰਮ ਕੀ ਹੁੰਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੂੰ ਏ ਵਡਦਾਤਾ ਦੇਵਨਹਾਰ, ਟੋਟ ਨਾਹੀ ਤੁਧ ਭਗਤ ਭੰਡਾਰ। ਇਹ ਦੇਵਨਹਾਰ ਵਾਹਿਗੁਰੂ ਤੂੰ ਏਡਾ ਵੱਡਾ ਦਾਤਾ ਹੈ ਜੋ ਮੈਂ ਆਪਣੇ ਨਿੱਕੇ ਜਿਹੇ ਮੂੰਹ ਨਾਲ ਬਿਆਨ ਨਹੀਂ ਕਰ ਸਕਦਾ। ਇੱਕ ਜੇਵਾ ਮੇਰੀ ਛੋਟੀ ਜੀ ਜੇਵਾ ਕੀ ਬਿਆਨ ਕਰ ਸਕਦੀ। ਤੇਰੀ ਭਗਤੀ ਦੇ ਭੰਡਾਰਿਆਂ ਦਾ ਕੁਝ ਘਾਟਾ ਹੀ ਨਹੀਂ ਆਉਂਦਾ। ਇੰਨੀ ਵੱਡੀ ਤੇਰੀ ਭਗਤੀ ਦੇ ਭੰਡਾਰੇ ਭਰੇ ਪਏ ਨੇ। ਪਰ ਇੱਕ ਚੀਜ਼ ਹੈ ਕਿ ਕੀਆ ਗਰਭ ਨਾ ਆਵੈ ਰਾਸ, ਜੀਓ ਪਿੰਡ ਸਭ ਤੇਰਾ ਪਾਸ। ਕਿਉਂਕਿ ਮੇਰਾ ਜਿਹੜਾ ਜੀ ਹੈ, ਜੀ ਚਿੱਤ ਅੰਦਰ ਆਤਮਾ, ਪਿੰਡ ਸਰੀਰ ਧਨ ਹੈ, ਇਹ ਸਭ ਕੁਝ ਤੁਹਾਡੇ ਕੋਲ ਹੀ ਅਰਪਣ ਹੈ। ਮਨੁੱਖ ਦਾ ਹੰਕਾਰ ਕੀਤਾ ਹੋਇਆ ਕਹਿੰਦਾ ਤੇਰੇ ਨਾਲ ਜਿਹੜਾ ਸੂਤ ਨਹੀਂ ਆਉਂਦਾ। ਕੀਆ ਗਰਭ ਨਾ ਆਵੈ ਰਾਸ, ਇਹ ਤੁਹਾਡੇ ਨਾਲ ਸੈੱਟ ਨਹੀਂ ਬਹਿੰਦਾ। ਹੰਕਾਰ ਕੀਤਾ ਹੋਇਆ ਸੂਤ ਨਹੀਂ ਆਉਂਦਾ। ਇਹ ਕਈ ਅੱਖਰ ਆ ਪੰਜਾਬੀ ਦੇ, ਲੋਟ ਨਹੀਂ ਆਉਂਦਾ, ਸੂਤ ਨਹੀਂ ਆਉਂਦਾ, ਸਹੀ ਨਹੀਂ ਬਹਿੰਦਾ, ਇਹ ਸੈੱਟ ਨਹੀਂ ਆਉਂਦਾ। ਕਿਉਂਕਿ ਤੁਹਾਡੇ ਨਾਲ ਹੰਕਾਰ ਕੀਤਾ ਠੀਕ ਨਹੀਂ ਰਹਿੰਦਾ। ਇਸ ਕਰਕੇ ਮੈਨੂੰ ਪਹਿਲਾਂ ਇਹ ਸਿੱਖਣਾ ਚਾਹੀਦਾ, ਮੈਂ ਹੰਕਾਰ ਵਾਲੀ ਗੱਲ ਨਾ ਕਰਾਂ, ਹੰਕਾਰ ਦਾ ਆਸਣ ਨਾ ਲਾਵਾਂ, ਹੰਕਾਰ ਵਿੱਚ ਖੜਾ ਨਾ ਹੋਵਾਂ, ਮਨ ਕਰਕੇ ਹੰਕਾਰ ਤੋਂ ਬਚਾਂ, ਤਾਂ ਹੀ ਮੇਰਾ ਕੰਮ ਤੁਹਾਡੇ ਨਾਲ ਠੀਕ ਆਉਣਾ। ਕਿਉਂਕਿ ਮੈਂ ਤਾਂ ਆਪਣਾ ਜਿਹੜਾ ਜੀਵ ਆਤਮਾ ਸਰੀਰ ਧਨ ਸਭ ਕੁਝ ਤੁਹਾਡੇ ਹੀ ਅਰਪਣ ਕਰ ਦਿੱਤਾ ਹੈ। ਤੂੰ ਮਾਰ ਜੀਵਲ ਹੈ ਬਖਸ਼ ਮਿਲਾਏ, ਜਿਉਂ ਭਾਵੀ ਤਿਉਂ ਨਾਮ ਜਪਾਏ। ਕਿਉਂਕਿ ਤੂੰ ਹੀ ਮਾਰਦਾ ਹੈ, ਤੂੰ ਹੀ ਜਿਵਾਉਂਦਾ ਹੈ, ਤੂੰ ਹੀ ਬਖਸ਼ ਕਰਕੇ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਵੇਂ ਭਾਉਂਦਾ ਉਵੇਂ ਮੇਰੇ ਪਾਸੋਂ ਆਪਣਾ ਨਾਮ ਜਪਵਾ ਲੈ, ਜਿਉਂ ਭਾਵੀ ਤਿਉਂ ਨਾਮ ਜਪਾਏ। ਹੁਣ ਇਹ ਆਪਾਂ ਉਹਨਾਂ ਨੂੰ ਹੀ ਬੇਨਤੀਆਂ ਕਰਨੀਆਂ ਕਿ ਅਸੀਂ ਨਾਮ ਜਪਣ ਲਈ ਫੜ ਕੇ ਮਾਲਾ ਬਹਿਨੇ ਆ, ਕੋਸ਼ਿਸ਼ ਕਰਦੇ ਆ, ਉੱਠਣ ਦਾ ਵੀ ਯਤਨ ਕਰਦੇ ਆ, ਉਹ ਸਾਤੋਂ ਕੋਈ ਗੱਲ ਨਹੀਂ ਬਣਦੀ। ਅਸੀਂ ਆਪਣਾ ਜ਼ੋਰ ਲਾ ਕੇ ਬਹਿ ਗਏ ਹਾਂ। ਤੁਸੀਂ ਹੀ ਕਿਰਪਾ ਕਰੋ। ਜੇ ਤੁਸੀਂ ਹੀ ਅੰਦਰੋਂ ਕਿਰਪਾ ਕਰੋਗੇ, ਬਾਹਰੋਂ ਕਿਰਪਾ ਕਰੋਗੇ, ਤਾਂ ਮਾੜਾ ਮੋਟਾ ਨਾਮ ਜਪ ਹੁੰਦਾ, ਨਹੀਂ ਤਾਂ ਸਾਡੀਆਂ ਗੱਲਾਂ ਹੀ ਰਹਿ ਜਾਂਦੀਆਂ ਨੇ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ, ਗੁਰਮਤਿ ਦੇ ਭਰੋਸੈ ਤੇਰਾ। ਤੂੰ ਹੀ ਦਾਨਾ ਹੈ, ਦਨਾ ਹੈ, ਬਹੁਤ ਸਿਆਣਾ, ਦਾਨੇ ਸੁਭਾਅ ਵਾਲਾ, ਤੇ ਬੀਨਾ ਹੁੰਦਾ ਦ੍ਰਿਸ਼ਟਾ, ਦੇਖਣ ਵਾਲਾ, ਅਤੇ ਮੇਰੇ ਸਿਰ ਤੇ ਸੱਚਾ ਸਾਹਿਬ ਤੂੰ ਹੀ ਹੈ ਮਾਲਕ। ਮੈਂ ਤੈਨੂੰ ਹੀ ਆਪਣਾ ਮਾਲਕ ਮੰਨਦਾ, ਹੈ ਵੀ ਤੂੰ ਹੀ ਹੈ, ਹੋਰ ਕੋਈ ਹੈ ਵੀ ਨਹੀਂ ਹੈ। ਮੈਨੂੰ ਗੁਰਸਿੱਖਿਆ ਦਿਓ, ਮੈਂ ਤਾਂ ਆਪ ਜੀ ਦੇ ਭਰੋਸੇ ਜਿਉਂਦਾ, ਕਿਉਂਕਿ ਗੁਰਮਤਿ ਦੇ ਭਰੋਸਾ ਤੇਰਾ। ਮੈਨੂੰ ਗੁਰਮਤਿ ਦਿਓ, ਮੈਂ ਤੁਹਾਡੇ ਕੋਲ, ਮੈਂ ਤੁਹਾਡੇ ਭਰੋਸੇ 'ਚ ਜਿਉਂਦਾ ਹਾਂ। ਮੈਂ ਹੋਰ ਕਿਸੇ ਤੋਂ ਕੀ ਸਿੱਖਿਆ ਲੈਣੀ ਹੈ, ਕਿਉਂਕਿ ਹੋਰ ਕਿਸੇ ਨੇ ਮੈਨੂੰ ਸਿੱਖਿਆ ਦੇਣੀ ਵੀ ਕੀ ਹੈ। ਤਨ ਮਹਿ ਮੈਲ ਨਾਹੀ ਮਨ ਰਾਤਾ, ਗੁਰਬਚਨੀ ਸੱਚ ਸ਼ਬਦ ਪਛਾਤਾ। ਆਪ ਜੀ ਦੇ ਪ੍ਰੇਮ ਵਿੱਚ ਮਨ ਦੇ ਤਦਾਕਾਰ ਹੋਣ ਕਰਕੇ
ਤਨ ਵਿੱਚ ਪਾਪਾਂ ਰੂਪੀ ਮੈਲ ਨਹੀਂ ਹੈ। ਇਹ ਪਾਠ ਥੋੜਾ ਜਿਹਾ ਉਲਝਣ ਵਾਲਾ ਹੈ, ਜਿਵੇਂ ਵਿਸ਼ਰਾਮ ਲਾਉਣ ਵਾਲੇ ਤਨ ਮੈਂ ਮੈਲ ਨਾਹੀ ਮਨ ਰਾਤਾ। ਜੇ ਇਹਦਾ ਅਰਥ ਇਉਂ ਕਰੀਏ ਕਿ ਤਨ ਦੇ ਵਿੱਚ ਜਿਹੜੀ ਮੈਲ ਹੈ ਜਦੋਂ ਤੱਕ ਉਦੋਂ ਤੱਕ ਨਹੀਂ ਰੰਗਿਆ ਜਾਂਦਾ ਹੈ। ਪਰ ਇੱਥੇ ਭਾਵ ਹੈ ਤਨ ਮੈਂ ਮੈਲ ਨਾਹੀ ਮਨ ਰਾਤਾ। ਆਪ ਦੇ ਪ੍ਰੇਮ ਮਨ ਦੇ ਵਿੱਚ ਤਦਾਕਾਰ ਹੋਣ ਕਰਕੇ ਤਨ ਵਿੱਚ ਪਾਪਾਂ ਰੂਪੀ ਮੈਲ ਨਹੀਂ ਹੈ, ਕਿਉਂਕਿ ਮਨ ਮੇਰਾ ਰੰਗਿਆ ਹੋਇਆ ਤੁਹਾਡੇ ਪ੍ਰੇਮ ਵਿੱਚ। ਮਨ ਰਾਤਾ ਤਨ ਮੈਂ ਮੈਲ ਨਾਹੀ। ਗੁਰ ਬਚਨੀ ਸੱਚ ਸ਼ਬਦ ਪਛਾਤਾ। ਸੋ ਗੁਰੂ ਦੇ ਬਚਨਾਂ ਦੁਆਰਾ ਜਿਹੜਾ ਸੱਚ ਸ਼ਬਦ ਹੈ ਸੰਸਾਰ ਵਿੱਚ ਇਹ ਸੱਚੇ ਬ੍ਰਹਮ ਆਪ ਜੀ ਨੂੰ ਪਛਾਣਿਆ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਪਛਾਣਿਆ ਮੈਂ, ਕਿਉਂਕਿ ਜਦੋਂ ਗੁਰਾਂ ਦੇ ਉਪਦੇਸ਼ ਨੂੰ ਮੈਂ ਪ੍ਰਾਪਤ ਕੀਤਾ ਹੈ, ਗੁਰ ਬਚਨੀ ਸੱਚ ਸ਼ਬਦ ਪਛਾਤਾ, ਕਿਉਂਕਿ ਆਪ ਜੀ ਦੀ ਕਿਰਪਾ ਹੋਈ ਹੈ ਕਿ ਤੁਹਾਡੇ ਉਪਦੇਸ਼ ਦੁਆਰਾ ਮੈਂ ਸੰਸਾਰ ਨੂੰ ਪਛਾਣਿਆ ਹੈ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਤੁਹਾਡੇ ਉਪਦੇਸ਼ ਨੇ ਦੱਸਿਆ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ। ਮੈਨੂੰ ਪਤਾ ਲੱਗਿਆ ਕਿ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ। ਕਿੱਥੋਂ ਜਾਣਿਆ? ਕਹਿੰਦੇ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ। ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਮੈਂ ਜਾਣਿਆ ਕਿ ਤੁਸੀਂ ਹੀ ਹੋ ਸੰਸਾਰ ਵੀ। ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਣਾਈ। ਸਾਨੂੰ ਤਾਂ ਤੁਹਾਡਾ ਹੀ ਬਲ ਹੈ, ਸਾਡੇ ਬੋਲਣ ਦਾ, ਚੱਲਣ ਦਾ, ਦੇਖਣ ਦਾ, ਸੁਣਨ ਦਾ ਤੁਹਾਡਾ ਹੀ ਬਲ ਹੈ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ। ਕੁਛ ਜੋਰ ਨਹੀਂ ਹੈ ਸਾਡੇ 'ਚ, ਇਹ ਸਾਰਾ ਜੋਰ ਤੁਹਾਡਾ ਹੀ ਦਿੱਤਾ ਹੋਇਆ ਹੈ ਅਤੇ ਆਪ ਦੇ ਨਾਮ ਦੀ ਵਡਿਆਈ ਪ੍ਰਾਪਤ ਹੈ। ਮਹਾਰਾਜ ਕਥਨ ਕਰਦੇ ਅਸੀਂ ਤੁਹਾਡੀ ਭਗਤੀ ਦੀ, ਭਗਤਾਂ ਦੀ ਸ਼ਰਨ ਵਿੱਚ ਰਹਿਣਾ ਕਰਦੇ ਹਾਂ। ਭਗਤੀ ਦੀ ਸ਼ਰਨ ਵਿੱਚ ਵੀ ਹਾਂ। ਜਿਨ੍ਹਾਂ ਨੂੰ ਤੇਰਾ ਬਲ ਹੈ ਤੇ ਨਾਮ ਦੀ ਵਡਿਆਈ ਪ੍ਰਾਪਤ ਹੈ, ਉਹਨਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਭਗਤੀ ਵਿੱਚ ਰਹਿਣਾ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਕਿ ਭਗਤੀ ਹੀ ਤਾਕਤ ਹੈ। ਜਦੋਂ ਬੰਦੇ ਦੀ ਭਗਤੀ ਮੁੱਕ ਜਾਂਦੀ, ਤਾਕਤ ਵੀ ਮੁੱਕ ਜਾਂਦੀ। ਇਸ ਕਰਕੇ ਜਿਹੜੀ ਬਖਸ਼ਿਸ਼ ਹੋਈ ਸੀ ਖਾਲਸੇ ਪੰਥ ਤੇ, ਉਹ ਭਗਤੀ ਕਰਕੇ ਸੀ। ਜਿਵੇਂ ਹੁਣ ਦਿਨੋਂ ਦਿਨ ਢਹਿੰਦੀ ਕਲਾ, ਕਹਿੰਦੇ ਢਹਿੰਦੀ ਕਲਾ ਹੀ ਹੁੰਦੀ ਜਾਂਦੀ। ਚੜ੍ਹਦੀ ਚੜ੍ਹਦੀ ਕਲਾ ਵਾਲੀ ਕੋਈ ਗੱਲ ਨਜ਼ਰ ਜੀ ਨਹੀਂ ਆਉਂਦੀ ਕਿਸੇ ਪਾਸੇ ਨੂੰ, ਕਿਉਂਕਿ ਜਿਹੜੀ ਪੰਜਾਬ ਤੇ ਜਾਂ ਖਾਲਸੇ ਤੇ ਸਿੱਖਾਂ ਤੇ ਬਖਸ਼ਿਸ਼ ਸੀ, ਉਹ ਸੀ ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਸੀ ਰਹਿਤ ਮਰਿਆਦਾ ਕਰਕੇ, ਗੁਰਮਤਿ ਕਰਕੇ। ਗੁਰੂ ਦੀ ਖੁਸ਼ੀ ਸੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਗੁਰੂ ਸਾਹਿਬ ਨੇ ਦੇਖਿਆ ਇਹਨਾਂ ਨੇ ਰਹਿਤ ਛੱਡਤੀ, ਮਰਿਆਦਾ ਛੱਡਤੀ, ਰਹਿਣੀ ਛੱਡਤੀ। ਗੁਰੂ ਸਾਹਿਬ ਨੇ ਕਿਰਪਾ ਖਿੱਚ ਲਈ ਆਪਣੀ। ਜਦੋਂ ਫੇਰ ਅਸੀਂ ਮੁੜ ਕੇ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਜਦੋਂ ਅਸੀਂ ਦੁਬਾਰਾ ਫੇਰ ਗੁਰੂ ਦੇ ਪਾਤਰ ਬਣਨਾ ਚਾਹਾਂਗੇ ਤਾਂ ਸਾਨੂੰ ਮਰਿਆਦਾ ਵਿੱਚ ਆਉਣਾ ਪਵੇਗਾ। ਫੇਰ ਸਾਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਰਹਿਤ ਰੱਖਣੀ ਪਵੇਗੀ। ਨਹੀਂ ਤਾਂ ਫਿਰ ਉਹ ਮਰਿਆਦਾ ਵਿੱਚ ਨਾ ਹੋਣ ਕਰਕੇ ਇਹ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਫੇਰ ਨਹੀਂ ਪੈਣਗੀਆਂ, ਕਿਉਂਕਿ ਮਰਿਆਦਾ ਹੀ ਨਹੀਂ ਹੈ। ਗੁਰੂ ਨੇ ਮਰਿਆਦਾ ਤੇ ਹੀ ਕਿਰਪਾ ਕਰਨੀ ਹੈ। ਜਾਂ ਮਰਿਆਦਾ ਹੀ ਛੱਡ ਦਿੱਤੀ, ਸਤਿਗੁਰੂ ਕਹਿੰਦੇ ਫੇਰ ਮੇਰਾ ਤੇਰੇ ਨਾਲ ਕੋਈ ਪਿਆਰ ਨਹੀਂ ਹੈ, ਕਿਉਂਕਿ ਸਿੱਖ ਪਿਆਰਾ ਨਾ ਹੈ। ਰਹਿਤ ਪਿਆਰੀ ਮੁਝ ਕੋ। ਗੌੜੀ ਮਹੱਲਾ ਪਹਿਲਾ। ਜਿਨ ਅਕਥ ਕਹਾਇਆ, ਅਪਿਓ ਪੀ ਆਇਆ। ਅਨ ਪੈ ਵਿਸਰੇ ਨਾਮ ਸਮਾਇਆ। ਜਿਹਨੇ ਅਕਥ ਰੂਪ ਪਰਮੇਸ਼ਰ ਦੇ ਜਸ ਨੂੰ ਆਪ ਕਿਹਾ ਅਤੇ ਹੋਰਨਾਂ ਪਾਸੋਂ ਕਹਾਇਆ, ਆਪ ਨਾਮ ਅੰਮ੍ਰਿਤ ਪੀਤਾ ਤੇ ਹੋਰਨਾਂ ਨੂੰ ਪਿਲਾਇਆ, ਉਹਦੇ ਹੁੰਦੇ ਨੇ ਅੰਨ ਤੋਂ ਭਾਵ ਹੋਰ ਸਾਰੇ ਜਿਹੜੇ ਡਰ ਸੀ ਉਹ ਦੂਰ ਹੋ ਗਏ ਅਤੇ ਉਹ ਨਾਮੀ ਪਰਮਾਤਮਾ ਵਿੱਚ ਅਭੇਦ ਹੋ ਗਿਆ। ਕਿਆ ਡਰਿਆ ਡਰ ਡਰ ਹੈ ਸਮਾਨਾ, ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ। ਹੁਣ ਕੀ ਤੋਂ ਡਰਨਾ ਹੈ ਤੇ ਕੀ ਡਰਨਾ ਹੈ, ਜਦ ਕਿ ਪਰਮੇਸ਼ਰ ਦੇ ਡਰ ਕਰਕੇ ਜਮ ਦਾ ਡਰ ਜਿਹੜਾ ਸੀ ਸਮਾਨਾ ਹੁੰਦਾ, ਨਾਸ ਹੋ ਗਿਆ। ਕਿਉਂਕਿ ਪੂਰਿਆਂ ਗੁਰਾਂ ਦੇ ਸ਼ਬਦ ਤੋਂ ਹੁੰਦਾ ਭਾਵ ਉਪਦੇਸ਼ ਕਰਕੇ ਬ੍ਰਹਮ ਨੂੰ ਪਛਾਣ ਲਿਆ। ਹੁਣ ਕਾਹਦਾ ਡਰਨਾ ਕਿ ਤੂੰ ਹੀ ਬੈਠਾ ਸਾਰਿਆਂ 'ਚ। ਮੈਂ ਦੂਜੇ ਨੂੰ ਦੇਖਦਾ ਹੀ ਨਹੀਂ। ਮੈਂ ਨਹੀਂ ਦੇਖਦਾ ਕਿ ਬੰਦਾ ਕੂਕਰ ਹੈ, ਸ਼ੇਰ ਹੈ, ਬਘੇਰਾ ਹੈ। ਨਾਮਦੇਵ ਜੀ ਕਹਿੰਦੇ ਮੈਂ ਤਾਂ ਦੇਖਦਾ ਤੈਨੂੰ।
कि तू ही सारिਆਂ ਵਿੱਚ है, फिर मैं की तो डरना। विश्राम दे के फरमाउंदे ने, जिस नर राम हृदय हर रास, सहज सुभाए मिले साबास। ਹੁਣ ਜਿਹੜੇ ਬੰਦੇ ਦੇ ਹਿਰਦੇ 'ਚ ਨਾਮ ਦੀ ਰਾਸ ਹੈ, ਪੂੰਜੀ ਹੈ, ਜਮ੍ਹਾਂ ਕੀਤੀ ਹੋਈ ਜਪ ਜਪ ਕੇ, ਜਿਸ ਮਨੁੱਖ ਦੇ ਹਿਰਦੇ 'ਚ ਰਾਮ ਵਿਆਪਕ ਹਰੀ ਦੀ ਸ਼ਰਧਾ ਰੂਪੀ ਰਾਸ ਪੂੰਜੀ ਹੈ, ਉਹਨੂੰ ਸਹਿਜ ਸੁਭਾਏ ਸੁਤੇ ਸਿੱਧ ਦਰਗਾਹ ਵਿੱਚ ਸ਼ਾਬਾਸ਼ ਮਿਲਦੀ। ਧੰਤਾ ਦੇ ਯੋਗ ਜਾਹੇ ਸਵਾਰੈ ਸਾਂਝ ਬਿਆਲ, ਇਤ ਉਤ ਮਨਮੁਖ ਬਾਧੇ ਕਾਲ। ਜਿਨ੍ਹਾਂ ਨੂੰ ਸਾਂਝ ਬਿਆਲ ਹੁੰਦਾ ਰਾਤ ਦਿਨ, ਸਾਂਝ ਅਤੇ ਬਿਆਲ, ਇੱਕ ਹੁੰਦਾ ਸਾਂਝ ਸ਼ਾਮ, ਇੱਕ ਹੁੰਦਾ ਬਿਆਲ ਰਾਤ, ਇੱਕ ਹੁੰਦੀ ਬਿਹਾਗ, ਉਹ ਸਵੇਰ ਨੂੰ ਕਹਿੰਦੇ ਨੇ। ਇਹ ਪਿੱਛੇ ਇੱਕ ਸ਼ਬਦ ਵਿੱਚ ਆਇਆ ਸੀ ਨਾ, ਸਾਂਝ ਬਿਹਾਗ ਤੱਕੈ ਆਗਾਸ। ਸਾਂਝ ਸਵੇਰ ਨੂੰ, ਸਾਂਝ ਸ਼ਾਮ ਨੂੰ ਪੰਛੀ ਸੌਂ ਜਾਂਦੇ ਨੇ, ਬਿਹਾਗ ਹੁੰਦੀ ਸਵੇਰ ਹੁੰਦਿਆਂ ਸਾਰ, ਤੱਕੈ ਆਗਾਸ, ਉਹ ਆਕਾਸ਼ ਨੂੰ ਤੱਕਦੇ ਨੇ। ਪਰ ਆਹ ਇੱਕ ਵਿਚਾਲੇ ਅੱਖਰ ਹੋਰ ਹੁਣ ਮਹਾਰਾਜ ਨੇ ਲਿਖਿਆ ਹੈ ਕਿ ਸਾਂਝ ਬਿਆਲ ਤੇ ਉਦੋਂ ਬਾਅਦ ਹੁੰਦਾ ਬਿਹਾਗ। ਜਾਹੇ ਸਵਾਰੈ ਸਾਂਝ ਬਿਆਲ, ਜਿਨ੍ਹਾਂ ਨੂੰ ਸਾਂਝ ਬਿਆਲ ਹੁੰਦੀ ਰਾਤ ਦਿਨ, ਰਾਤ ਤੋਂ ਲੈ ਕੇ ਦਿਨ ਚੜ੍ਹਦੇ ਤੱਕ ਪ੍ਰਤੱਖ ਨੀਂਦ ਵਿੱਚ, ਅਵਿਦਿਆ ਰੂਪ ਨੀਂਦ ਵਿੱਚ ਸਵਾ ਛੱਡਿਆ ਆਪਨੇ। ਉਹ ਮਨਮੁਖ ਕਾਲ ਦੇ ਬੰਨੇ ਹੋਏ ਇਹ ਤੇ ਉੱਤੇ ਲੋਕ ਪਰਲੋਕ 'ਚ ਧੱਕੇ ਖਾਈ ਜਾਂਦੇ ਬਾਰ-ਬਾਰ। ਅਵਿਦਿਆ ਰੂਪੀ ਰਾਤ ਦੀ ਨਿਵਰਤੀ ਲਈ ਗਿਆਨ ਰੂਪੀ ਬਿਆਲ ਦਿਨ ਚੜ੍ਹਾ ਕੇ ਜਿਨ੍ਹਾਂ ਦੇ ਅੰਤःਕਰਨ ਨੂੰ ਸਵਾਰਦਾ ਪ੍ਰਮਾਤਮਾ, ਉਹ ਗੁਰਮੁਖ ਇਸ ਮਨ ਕਰਕੇ, ਉਸ ਮੂੰਹ ਕਰਕੇ ਕਾਲ ਨੂੰ ਨਾਸ ਕਰ ਦਿੰਦੇ ਨੇ। ਇਹ ਅੰਤਰੀ ਭਾਵ ਹੈ ਇਹਦਾ। ਐ ਨਿਸਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਭ੍ਰਮ ਦੂਰੇ। ਪੂਰੇ ਭਰੋਸੇ ਨਾਲ ਜੋ ਦਿਨ ਰਾਤ ਹਿਰਦੇ ਵਿੱਚ ਰਾਮ ਨਾਮ ਜਪਦੇ ਨੇ ਨਾ, ਉਹ ਸ਼ੁਭ ਗੁਣਾ ਕਰਕੇ ਪੂਰਨ ਹਨ। ਮਹਾਰਾਜ ਕਥਨ ਕਰਦੇ ਨੇ, ਭਰਮ ਦੇ ਦੂਰ ਹੋਣ ਕਰਕੇ ਉਹ ਰਾਮ ਨਾਮ ਨਾਲ ਮਿਲ ਜਾਂਦੇ ਨੇ, ਪਰਮਾਤਮਾ ਦੇ ਨਾਮ। ਰਾਮ ਦਾ ਮਤਲਬ ਹੈ ਰਮਿਆ ਹੋਇਆ, ਰਮਿਆ ਪਰਮਾਤਮਾ ਵਿਆਪਕ। ਗੌੜੀ ਮਹੱਲਾ ਪਹਿਲਾ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੈ ਆਕਾਰ। ਜੋ ਤ੍ਰਿਗੁਣਾਤਮਕ ਮਾਇਆ ਹੈ, ਸੰਸਾਰ ਨਾਲ ਪ੍ਰੇਮ ਕਰਦਾ ਹੈ, ਉਹ ਜੰਮਦਾ ਮਰਦਾ ਹੈ। ਜੋ ਤ੍ਰਿਗੁਣਾਤਮਕ ਮਾਇਆ ਨਾਲ ਜਾਂ ਫਿਰ ਸੰਸਾਰ ਇੱਕੋ ਹੀ ਚੀਜ਼ ਹੈ, ਇਹਨਾਂ ਨਾਲ ਪ੍ਰੇਮ ਕਰਦਾ, ਉਹਨੂੰ ਬਾਰ-ਬਾਰ ਜੰਮਣਾ ਮਰਨਾ ਹੀ ਪੈਂਦਾ, ਭਾਵੇਂ ਉਹ ਸੋਹਣਾ ਆਕਾਰ ਬਣਾ ਕੇ ਚਾਰੇ ਵੇਦਾਂ ਨੂੰ ਕਥਨ ਕਰ ਲਵੇ। ਚਾਰੇ ਵੇਦ ਵੀ ਇਹੀ ਕਹਿੰਦੇ ਕਿ ਤ੍ਰਿਗੁਣਾਤਮਕ ਮਾਇਆ ਨਾਲ ਪ੍ਰੇਮ ਕਰਨ ਵਾਲਾ ਬੰਦਾ ਸਰੀਰਾਂ ਨੂੰ ਧਾਰਦਾ ਹੈ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ। ਚਾਰੇ ਵੇਦ ਜਿਹੜੇ ਨੇ ਇਹ ਤਿੰਨਾਂ ਗੁਣਾਂ ਵਿੱਚ ਹੀ ਨੇ, ਰਜੋ ਤਮੋ ਸਤੋ ਵਿੱਚ ਹੀ ਨੇ। ਇਸ ਕਰਕੇ ਵੇਦ ਵੀ ਆਕਾਰ ਦਾ ਹੀ ਕਥਨ ਕਰਦੇ ਨੇ, ਭਾਵ ਸਰਗੁਣ ਦਾ ਹੀ ਕਥਨ ਜ਼ਿਆਦਾ ਕਰਦੇ ਨੇ, ਨਿਰਗੁਣ ਦਾ ਕਥਨ ਘੱਟ ਕਰਦੇ ਨੇ। ਹੁਣ ਅੱਗੇ ਆਪ ਹੀ ਦੱਸਦੇ ਨੇ, ਤੀਨ ਅਵਸਥਾ ਕਰਹਿ ਵਖਿਆਨ, ਤੁਰੀ ਅਵਸਥਾ ਸਤਿਗੁਰ ਤੇ ਹਰ ਜਾਨ। ਜਾਗਰਤ ਸੁਪਨ ਸੁਖੋਪਤ ਰੂਪ ਤਿੰਨ ਅਵਸਥਾ ਦਾ ਵਿਖਿਆਨ ਪ੍ਰਸੰਗ ਵੇਦ ਕਥਨ ਕਰਦੇ ਨੇ। ਚਾਰੇ ਵੇਦ ਕਥੈ ਆਕਾਰ। ਤ੍ਰੈ ਗੁਣ ਜਿਹੜੇ ਪਿੱਛੇ ਦੱਸੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤੇ ਜਾਗਰਤ ਸੁਪਨ ਸੁਖੋਪਤ ਰੂਪ ਤਿੰਨਾਂ ਅਵਸਥਾ ਦਾ ਵਿਖਿਆਨ ਵੇਦ ਕਥਨ ਕਰਦੇ ਨੇ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਪਰ ਹਰੀ ਦੇ ਗਿਆਨ ਸਰੂਪ ਤੁਰੀਆ ਅਵਸਥਾ ਚੌਥੀ ਭੂਮਿਕਾ ਸਤਿਗੁਰਾਂ ਤੋਂ ਹੀ ਜਾਣੀ ਜਾਂਦੀ ਹੈ, ਇਹਨਾਂ ਨੂੰ ਵੇਦ ਨਹੀਂ ਦੱਸ ਸਕਦੇ। ਰਾਮ ਭਗਤ ਗੁਰ ਸੇਵਾ ਤਰਨਾ, ਬਾਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ। ਗੁਰ ਸੇਵਾ ਦੁਆਰਾ ਰਾਮ ਦੀ ਭਗਤੀ ਕਰਕੇ ਜੋ ਸੰਸਾਰ ਸਮੁੰਦਰ ਤੋਂ ਤਰਨਾ ਕਰਦਾ ਹੈ, ਮੁੜ ਕੇ ਉਹਦਾ ਜਨਮ ਮਰਨ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਰਾਮ ਅੱਖਰ ਬਹੁਤ ਵਾਰੀ ਮਹਾਰਾਜ ਨੇ ਲਿਖਿਆ। ਹਰੀ ਅੱਖਰ ਕੱਲਾ 5,500 ਵਾਰੀ ਹਰੀ ਅੱਖਰ ਲਿਖਿਆ। ਰਾਮ ਅੱਖਰ ਮਹਾਰਾਜ ਨੇ 2,500-3 ਹਜ਼ਾਰ ਵਾਰੀ ਲਿਖਿਆ। ਕਈ ਕਹਿੰਦੇ ਕਿ ਰਾਮ ਜਪਣਾ ਪੈਣਾ, ਰਾਮ ਜਪੋ। ਅਸੀਂ ਤਾਂ ਜਪੀ ਹੋਈ ਜਾਂਦੇ, ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕੀਤਾ, ਤੁਹਾਨੂੰ ਪਤਾ ਹੀ ਨਹੀਂ ਰਾਮ ਅੱਖਰ ਕਿੰਨੀ ਵਾਰ ਲਿਖਿਆ, ਗੋਬਿੰਦ ਕਿੰਨੀ ਵਾਰ ਲਿਖਿਆ, ਮੁਕੰਦ ਕਿੰਨੀ ਵਾਰ ਲਿਖਿਆ, ਨਰਾਇਣ ਕਿੰਨੀ ਵਾਰ ਲਿਖਿਆ, ਹਰੀ ਕਿੰਨੀ ਵਾਰ ਲਿਖਿਆ, ਦਮੋਦਰ ਕਿੰਨੀ ਵਾਰ ਲਿਖਿਆ, ਮੁਰਾਰੀ ਕਿੰਨੀ ਵਾਰ ਲਿਖਿਆ। ਸਤਿਗੁਰੂ ਜੀ ਤਾਂ ਜਪਾਉਂਦੇ ਹੀ ਨਾਮ ਨੇ। ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੈ ਨਾਮ। ਸੰਤ ਵੀ ਸਤਿਗੁਰੂ ਵੀ ਨਾਮ ਹੀ ਜਪਾਉਂਦੇ ਨੇ। ਰਾਮ ਭਗਤ ਗੁਰ ਸੇਵਾ ਤਰਨਾ, ਬਾਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ। ਸਤਿਗੁਰੂ ਕਹਿੰਦੇ ਗੁਰ ਸੇਵਾ ਦੁਆਰੇ ਰਾਮ ਦੀ ਭਗਤੀ ਕਰਕੇ ਜੋ ਸੰਸਾਰ ਸਮੁੰਦਰ ਤੋਂ ਤਰਨਾ ਕਰਦਾ ਹੈ,
ਮੁੜ ਕੇ ਉਹਦਾ ਜਨਮ ਮਰਨ ਹੁੰਦਾ ਹੀ ਨਹੀਂ। ਗੁਰਾਂ ਦੀ ਸੇਵਾ ਕਰਕੇ ਫਿਰ ਰਾਮ ਦੀ ਭਗਤੀ ਕਰੇ। ਚਾਰ ਪਦਾਰਥ ਕਹੈ ਸਭ ਕੋਈ, ਸਿਮਰਤ ਸਾਸਤ ਪੰਡਿਤ ਮੁਖ ਸੋਈ। ਸਭ ਕੋਈ ਕਹਿੰਦਾ ਮੈਨੂੰ ਧਰਮ ਅਰਥ ਕਾਮ ਮੋਖ ਰੂਪ ਚਾਰੇ ਪਦਾਰਥ ਮਿਲ ਜਾਣ। ਇਹ ਸਭ ਕੋਈ ਕਹਿੰਦਾ ਮੈਂ ਧਰਮੀ ਹੋਵਾਂ। ਅਰਥ ਹੁੰਦਾ ਪੈਸੇ ਟਕੇ ਦਾ ਮਸਲਾ, ਅਰਥ ਸ਼ਾਸਤਰ ਮੇਰਾ ਹੱਲ ਹੋ ਜੇ, ਮੇਰੀ ਕਾਮਨਾ ਪੂਰੀ ਹੋ ਜੇ। ਮੋਖ ਹੁੰਦਾ ਮੁਕਤੀ ਮਿਲ ਜੇ ਮੈਨੂੰ। 27 ਸਿਮਰਤੀਆਂ 6 ਸ਼ਾਸਤਰਾਂ ਦੇ ਪੜ੍ਹਨ ਵਾਲੇ ਜੋ ਪੰਡਤ ਨੇ ਉਹ ਵੀ ਮੂੰਹੋਂ ਕਹਿੰਦੇ ਸਾਨੂੰ ਚਾਰ ਪਦਾਰਥ ਮਿਲ ਜਾਣ। ਉਹ ਵੀ ਇਹੀ ਮੰਗਦੇ ਨੇ। ਦੁਨੀਆ ਸਾਰੀ ਵੀ ਮੰਗਦੀ ਹੈ, ਕਿਉਂਕਿ 3-4 ਕਿਸਮਾਂ ਦੇ ਲੋਕ ਨੇ। ਇੱਕ ਤਾਂ ਕਹਿੰਦੇ ਸੁੱਤ ਬਿੱਤ ਲੋਕ ਈਖਣਾ ਤੀਨੀ, ਬਿਲਕੁਲ ਥੱਲੇ ਦੀ ਕੈਟਾਗਰੀ ਜਿਹੜੀ ਉਹ ਮੰਗਦੀ ਆ ਮੈਨੂੰ ਪੁੱਤਰ ਮਿਲੇ, ਪੈਸਾ ਮਿਲੇ, ਲੋਕਾਂ 'ਚ ਮੇਰੀ ਵਡਿਆਈ ਹੋਵੇ। ਉਸ ਤੋਂ ਉੱਤੇ ਵਾਲੇ ਮੰਗਦੇ ਨੇ ਧਰਮ ਅਰਥ ਕਾਮ ਮੋਖ। ਉਹ 4 ਚੀਜ਼ਾਂ ਮੰਗਦੇ ਨੇ। ਇਸ ਤੋਂ ਥੱਲੇ ਵਾਲੇ ਜਿਹੜੇ ਮੰਗਦੇ ਸੀ ਉਹ ਧਰਮ ਨਹੀਂ ਮੰਗਦੇ, ਉਹ ਉਸ ਤੋਂ ਉੱਤੇ ਵਾਲੇ ਧਰਮ ਮੰਗਦੇ, ਧਰਮ ਅਰਥ ਕਾਮ ਮੋਖ। ਉਸ ਤੋਂ ਉੱਤੇ ਵਾਲੇ ਜਿਹੜੇ ਨੇ ਉਹ ਮੰਗਦੇ ਨੇ ਜਨਮ ਪਦਾਰਥ ਪਾਇਕ ਹੈ। ਜਨਮ ਪਦਾਰਥ ਤਾਂ ਮਿਲ ਹੀ ਗਿਆ। ਜਨਮ ਪਦਾਰਥ ਪਾ ਕੇ ਮੰਗਦੇ ਨੇ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ। ਇਹ ਉਸ ਤੋਂ ਵੀ ਉੱਤੇ ਨੇ। ਉਸ ਤੋਂ ਉੱਤੇ ਜਿਹੜੇ ਨੇ ਉਹ ਮੰਗਦੇ ਨੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹ ਸਭ ਤੋਂ ਹੀ ਉੱਪਰ ਨੇ ਰੱਬ ਦੇ ਪਿਆਰੇ। ਸਤਿਗੁਰੂ ਕਹਿੰਦੇ ਚਾਰ ਪਦਾਰਥ ਕਹੈ ਸਭ ਕੋਈ, ਸਿਮਰਤ ਸਾਸਤ ਪੰਡਿਤ ਮੁਖ ਸੋਈ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਪੂਰਨ ਗੁਰਾਂ ਤੋਂ ਬਿਨਾਂ ਜਿਹੜਾ ਅਰਥ ਹੁੰਦਾ ਸਿਧਾਂਤ ਦਾ ਵਿਚਾਰ ਕਿਸੇ ਨੇ ਨਹੀਂ ਪਾਇਆ। ਗੁਰਮੁਖਾਂ ਨੇ ਹਰੀ ਦੀ ਭਗਤੀ ਕਰਕੇ ਮੁਕਤ ਰੂਪ ਪਦਾਰਥ ਨੂੰ ਪ੍ਰਾਪਤ ਕੀਤਾ। ਜਾਂ ਕਾ ਹਿਰਦੈ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ। ਗੁਰਮੁਖ ਹੁੰਦਾ ਗੁਰਾਂ ਦੁਆਰੇ ਜਿਹਦੇ ਹਿਰਦੇ 'ਚ ਭਗਤੀ ਦੀ ਪ੍ਰਾਪਤੀ ਹੋਈ ਹੈ ਨਾ, ਉਹਦੇ ਹਿਰਦੇ 'ਚ ਹਰੀ ਵਸਿਆ ਹੈ, ਸਾਖਿਆਤਕਾਰ ਹੋਇਆ। ਵਸੇ ਦਾ ਅਰਥ ਹੁੰਦਾ ਸਾਖਿਆਤਕਾਰ ਹੋਣਾ, ਪ੍ਰਗਟ ਹੋਣਾ। ਪ੍ਰਗਟ ਹੋ ਕੇ ਹੀ ਗੱਲ ਬਣਦੀ। ਸੋ ਇਸ ਤਰ੍ਹਾਂ ਸਾਰੀ ਧਰਤੀ ਥੱਲੇ ਪਾਣੀ ਹੈ, ਪਰ ਜੇ ਉਹਨੂੰ ਕੋਈ ਕੱਢ ਕੇ ਪੀਵੇ ਪਾਣੀ, ਧਰਤੀ ਦੇ ਵਿੱਚ ਬੋਰ ਕਰਕੇ ਥੱਲਿਓਂ ਪਾਣੀ ਕੱਢ ਕੇ ਲਿਆਵੇ, ਤਾਂ ਮੰਨਿਆ ਜਾਂਦਾ ਕਿ ਇੱਥੇ ਪਾਣੀ ਪ੍ਰਗਟ ਹੋਇਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਿਰਦੇ ਦੇ ਅੰਦਰ ਪਰਮਾਤਮਾ ਤਾਂ ਹੈ, ਪਰ ਸਾਖਿਆਤਕਾਰ ਹੁੰਦਾ। ਹਰ ਕੀ ਭਗਤ ਮੁਕਤ ਆਨੰਦ, ਗੁਰਮਤਿ ਪਾਏ ਪਰਮਾਨੰਦ। ਹਰੀ ਦੀ ਭਗਤੀ ਕਰਕੇ ਹੀ ਮੁਕਤੀ ਆਨੰਦ ਮਿਲਦਾ। ਗੁਰ ਸਿੱਖਿਆ ਵਾਲੇ ਨੇ ਪਰਮ ਆਨੰਦ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਗੁਰਮਤਿ ਪਾਏ ਪਰਮਾਨੰਦ। ਹਰੀ ਦੀ ਭਗਤੀ ਨਾਲ ਮਿਲਦਾ ਮੁਕਤੀ ਆਨੰਦ, ਤੇ ਗੁਰਮਤਿ ਨਾਲ ਮਿਲਦਾ ਫਿਰ ਪਰਮਾਨੰਦ ਪਰਮਾਤਮਾ। ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਾਹੇ ਨਿਰਾਸ ਬੁਝਾਇਆ। ਜਿਨ੍ਹਾਂ ਗੁਰਾਂ ਨੇ ਆਪ ਪਰਮੇਸ਼ਰ ਨੂੰ ਪਹਿਲਾਂ ਪਾਇਆ ਹੈ, ਉਹਨਾਂ ਨੇ ਦੇਖ ਹੁੰਦਾ ਗਿਆਨ ਦ੍ਰਿਸ਼ਟੀ ਨੂੰ ਵਿਖਾਇਆ। ਜਿਨ੍ਹਾਂ ਨੇ ਵੀ ਪਾਇਆ ਉਹਨੂੰ ਗੁਰਾਂ ਨੇ ਵਿਖਾਇਆ ਹੈ, ਐਵੇਂ ਨਹੀਂ ਮਿਲਿਆ ਉਹਨੂੰ। ਤਾਂ ਹੀ ਉਹਨੇ ਵੇਖਿਆ ਜੇ ਗੁਰਾਂ ਨੇ ਦਿਖਾਇਆ, ਕਿਉਂਕਿ ਗੁਰਾਂ ਨੇ ਆਸਾ ਰੂਪ ਸੰਸਾਰ ਵਿੱਚ ਪਦਾਰਥਾਂ ਦੀ ਆਸਾ ਦੇ ਵਿੱਚ ਹੀ ਉਹਨੂੰ ਸਮਝਾਈ ਇੱਕ ਚੀਜ਼ ਕਿ ਆਸਾ ਵਿੱਚ ਨਿਰਾਸ ਰਹੀ। ਆਸਾ ਦੇ ਵਿੱਚ ਨਿਰਾਸਤਾਈ ਸਮਝਾ ਦਿੱਤੀ। ਆਸਾ ਮਾਹੇ ਰਹੀਐ ਨਿਰਾਸਾ, ਜੋਗ ਜੁਗਤ ਇਵ ਪਾਈਐ। ਦੀਨਾਨਾਥ ਸਰਬ ਸੁਖ ਦਾਤਾ, ਨਾਨਕ ਹਰਿ ਚਰਨੀ ਮਨ ਰਾਤਾ। ਜੋ ਗਰੀਬਾਂ ਦਾ ਸੁਆਮੀ ਹੈ ਤੇ ਸਾਰਿਆਂ ਸੁੱਖਾਂ ਦਾ ਦਾਤਾ ਹੈ, ਸਤਿਗੁਰੂ ਕਥਨ ਕਰਦੇ ਉਹ ਹਰੀ ਦੇ ਚਰਨਾਂ ਨਾਲ ਉਹ ਮਨੁੱਖ ਦਾ ਮਨ ਰਾਤਾ ਹੁੰਦਾ, ਰੰਗਿਆ ਗਿਆ। ਉਹਦੇ ਉੱਤੇ ਕਿਰਪਾ ਹੋਈ ਮਹਾਰਾਜ ਦੀ। ਗੌੜੀ ਚੇਤੀ ਮਹੱਲਾ ਪਹਿਲਾ। ਇਹ ਸ਼ਬਦ ਵਿੱਚ ਜੀਵ ਦੇ, ਹੁਣ ਜਿਵੇਂ ਆਪਣੀ ਦੇਹੀ ਹੈ, ਸਰੀਰ ਹੈ, ਅਤੇ ਆਪਣੇ ਅੰਦਰ ਜੀਵ ਅਤੇ ਦੇਹ ਦਾ ਸੰਵਾਦ ਗੁਰੂ ਸਾਹਿਬ ਆਪ ਤਟਸਥੀ ਰੂਪ ਵਿੱਚ ਹੋ ਕੇ ਵਰਣਨ ਕਰਦੇ ਨੇ। ਇੱਕ ਤਾਂ ਹੈ ਜੀਵ ਆਤਮਾ ਆਪਣੇ ਅੰਦਰ, ਇੱਕ ਸਰੀਰ ਹੈ। ਇਹਨਾਂ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਰਹਿੰਦੀ ਆ। ਉਹ ਕੀ ਹੁੰਦੀ ਹੈ? ਗੌੜੀ ਚੇਤੀ ਮਹੱਲਾ ਪਹਿਲਾ। ਇਹ ਚੇਤੀ ਜਾਤੀ ਆ ਗੌੜੀ ਰਾਗ ਦੀ। 9 ਜਾਤੀਆਂ ਦੱਸੀਆਂ ਸ਼ੁਰੂ 'ਚ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹੋ ਸੰਸਾਰੋ। ਹੁਣ ਇਹ ਕੀ ਕਹਿੰਦਾ? ਆਤਮਾ ਕੀ ਕਹਿੰਦੀ? ਹੇ ਕਾਇਆ, ਹੇ ਦੇਹੀ, ਤੂੰ ਆਪਣੇ ਆਪ ਨੂੰ ਅੰਮ੍ਰਿਤ ਕਰਕੇ ਨਾ ਜਾਣ, ਭਾਵ ਅਮਿਰਤੂ ਜਾਣ ਕੇ ਸੁੱਖਾਂ ਵਿੱਚ ਬੈਠੀ ਰਹਿੰਦੀ ਕਿ ਮੈਂ ਮਰਨਾ ਹੀ ਨਹੀਂ ਹੈ। ਅੰਦਰਲੀ ਆਤਮਾ ਸਰੀਰ ਨੂੰ ਕਹਿੰਦੀ ਹੈ, ਦੇਹੀ ਤੂੰ ਤਾਂ ਸੁੱਖਾਂ 'ਚ ਹੀ ਬੈਠੀ ਹੈ,
ਤੂੰ ਤਾਂ ਆਪਣੇ ਆਪ ਨੂੰ ਜਾਣਦੀ ਮੈਂ ਮਰਨਾ ਹੀ ਨਹੀਂ ਹੈ। ਪਰ ਇਹ ਸੰਸਾਰ ਤਾਂ ਬਾਜੀਗਰ ਦੀ ਬਾਜੀ ਹੈ, ਮਦਾਰੀ ਦੀ ਖੇਡ ਵਾਂਗੂ ਤੂੰ ਤਾਂ ਜਾਣਾ ਹੈ। ਆਤਮਾ ਕਹਿੰਦੀ ਮੈਂ ਤਾਂ ਰਹਿਣਾ ਸਦਾ। ਤੇਰੇ ਵਰਗੇ ਕਈ ਸਰੀਰ ਹੈ, ਮੈਂ ਧਾਰੇ ਹੈ। ਕਈ ਵਾਰੀ ਸਰੀਰ ਆਏ, ਕਈ ਵਾਰ ਗਏ ਹੈ। ਲੱਭ ਲੋਭ ਮੁਚ ਕੂੜ ਕਮਾਵੈ, ਬਹੁਤ ਉਠਾਵੈ ਭਾਰੋ। ਦੇਹੀ ਕਹਿੰਦੀ ਹੈ ਜੀਵ, ਤੂੰ ਪਦਾਰਥਾਂ ਦੇ ਖਾਣ ਦਾ ਲੱਭ ਤੇ ਪਦਾਰਥਾਂ ਤੇ ਇਕੱਠਿਆਂ ਕਰਨ ਦਾ ਲੋਭ ਅਤੇ ਬਹੁਤੇ ਝੂਠ ਨੂੰ ਕਮਾਉਣਾ। ਇਸ ਕਰਕੇ ਤੂੰ ਬਹੁਤ ਪਾਪਾਂ ਦਾ ਭਾਰ ਉਠਾ ਰਿਹਾ ਹੈ। ਅੱਗੇ ਜੀਵ ਕਹਿੰਦਾ ਦੇਹੀ ਨੂੰ, ਇਹਨਾਂ ਦੇ ਆਪਸ ਵਿੱਚ ਗੱਲਬਾਤ ਹੁੰਦੀ ਜੋ ਸਤਿਗੁਰੂ ਦੱਸਦੇ ਨੇ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਧਰ ਉੱਪਰ ਛਾਰੋ। ਉਹ ਜੀਵ ਕਹਿੰਦਾ ਕਾਇਆ ਤੂੰ ਕਿਹੜੀ ਗੱਲ ਦਾ ਮਾਣ ਕਰਦੀਆਂ ਏ, ਮੈਂ ਤੈਨੂੰ ਇਸ ਤਰ੍ਹਾਂ ਰੁਲਦੇ ਦੇਖੇ ਜੇ ਧਰਤੀ ਤੇ ਖੇ ਰੁਲਦੀ ਹੋਈ, ਸੁਆਹ ਬਣ ਜਾਨੀ ਖੀਰ ਨੂੰ ਤੂੰ। ਜੀਵ ਆਤਮਾ ਕਹਿੰਦਾ ਸੁਣ ਸੁਣ ਸਿੱਖ ਹਮਾਰੀ, ਸੁਕਿਰਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨ ਆਵੈ ਵਾਰੀ ਰਹਾਓ। ਦੇਹੀ ਕਹਿੰਦੀ ਏ ਜੀਵ ਤੂੰ ਸੁਣ, ਕੰਨ ਦੇ ਕੇ ਮੇਰੀ ਸਿੱਖਿਆ ਸੁਣ ਲੈ। ਹੇ ਮੇਰੇ ਪਿਆਰੇ ਜੀਵ, ਸੁਕਿਰਤ ਹੁੰਦੇ ਨੇ ਪੁੰਨ ਕਰਮ, ਚੰਗੀ ਕਿਰਤ ਕਰਨੀ। ਪੁੰਨ ਕਰਮ ਕੀਤਾ ਹੋਇਆ ਹੀ ਤੇਰੇ ਨਾਲ ਰਹੇਗਾ, ਇਹ ਯਾਦ ਰੱਖ ਲੈ। ਮਨੁੱਖਾ ਜਨਮ ਦੇ ਮਿਲਣ ਦੀ ਵਾਰੀ ਫੇਰ ਨਹੀਂ ਆਉਣੀ। ਦੇਹੀ ਕਹਿੰਦੀ ਆਤਮਾ ਨੂੰ, ਕਿਉਂਕਿ ਦੇਹੀ ਮਨੁੱਖਾ ਦੇਹੀ ਸਮਝਾਉਂਦੀ ਆਤਮਾ ਨੂੰ। ਆਤਮਾ ਨੂੰ ਕਹਿੰਦੀ ਤੂੰ ਕਈ ਜਨਮਾਂ 'ਚ ਗੇੜੇ ਖਾ ਕੇ ਆਈ ਹੈ। ਕਦੇ ਦਰਖਤ ਬਣ ਜਾਣਾ, ਕਦੇ ਤੂੰ ਕੂਕਰ ਬਣ ਜਾਣਾ, ਸੂਕਰ ਬਣ ਜਾਣਾ, ਕਦੇ ਤੂੰ ਕਾਂ ਚਿੜੀਆਂ ਬਣਦਾ ਫਿਰਦਾ ਰਹਿਣਾ। ਆਤਮਾ ਨੂੰ ਕਹਿੰਦੀ ਕਦੇ ਤੂੰ ਕਿਤੇ ਪੈ ਜਾਣਾ ਜਾ ਕੇ। ਮੈਂ ਤੈਨੂੰ ਮਨੁੱਖਾ ਦੇਹੀ ਹੁਣ ਮਿਲੀ ਹੋਈ ਆ, ਤੂੰ ਹੁਣ ਭਲਾ ਕਰਾ ਲਾ ਆਪਣਾ, ਤੂੰ ਮੈਨੂੰ ਮਾੜੇ ਪਾਸੇ ਨਾ ਲਾਇਆ ਕਰ। ਤੂੰ ਅੰਦਰੋਂ ਇੱਛਾ ਕਰਦਾ ਵਿਸ਼ਿਆਂ ਦੀ, ਖਾਣ ਪੀਣ ਦੀ, ਪਹਿਨ ਭੋਗਣ ਦੀ, ਆਹ ਚੰਗੀਆਂ ਚੀਜ਼ਾਂ, ਲੋਭ ਕਰਦਾ ਜੋੜਨ ਦਾ, ਲੱਭ ਕਰਦਾ ਖਾਣ ਦਾ। ਤੂੰ ਮੇਰੀ ਦੁਰਵਰਤੋਂ ਨਾ ਕਰ। ਦੇਹੀ ਕਹਿੰਦੀ ਆਤਮਾ ਨੂੰ ਤੂੰ ਚੰਗੇ ਕੰਮ ਕਰਿਆ ਕਰ, ਤੂੰ ਸੰਗਤ 'ਚ ਜਾਇਆ ਕਰ, ਨਾਲ ਮੈਂ ਵੀ ਸਫਲੀ ਹੁੰਦੀ, ਤੂੰ ਵੀ ਸਫਲਾ ਹੋ ਜਾ। ਬਾਣੀ ਸੁਣਿਆ ਕਰ। ਤੂੰ ਪੁੱਠੇ ਪਾਸੇ ਲਾ ਕੇ ਮੈਨੂੰ ਦੇਹੀ ਨੂੰ ਸਾਰੀ ਜ਼ਿੰਦਗੀ ਮੇਰੀ ਵਰਤੋਂ ਕਰਕੇ ਚਲਿਆ ਜਾਏਗਾ ਤੇ ਫਿਰ ਮੈਂ ਤਾਂ ਸਵਾਹ ਬਣ ਹੀ ਜਾਣਾ ਅਖੀਰ। ਪਰ ਤੇਰਾ ਕੀ ਬਣੂਗਾ? ਤੂੰ ਆਪਣਾ ਭਲਾ ਸੋਚ, ਮੈਂ ਤੈਨੂੰ ਮਿਲੀ ਹੋਈ ਹਾਂ। 155 ਅੰਗ ਤੇ ਮਹਾਰਾਜ ਕਹਿੰਦੇ ਨੇ, ਅੱਗੇ ਕਹਿੰਦੇ ਨੇ, ਹੁਣ ਜੀਵ ਕਹਿੰਦਾ ਅੱਗਿਓਂ, ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਜੀਵ ਕਹਿੰਦਾ ਇਹ ਮੇਰੀ ਕਾਇਆ, ਮੈਂ ਤੈਨੂੰ ਕਹਿਣਾ ਤੂੰ ਮੇਰੀ ਸਿੱਖਿਆ ਸੁਣ ਲੈ। ਅੰਦਰੋਂ ਆਤਮਾ ਬੋਲਦੀ ਹੈ ਸਰੀਰ ਨੂੰ, ਨਿੰਦਾ ਚਿੰਦਾ ਕਰਹਿ ਪਰਾਈ, ਝੂਠੀ ਲਾਏ ਤਬਾਰੀ। ਜੀਵ ਕਹਿੰਦਾ ਤੂੰ ਜੋ ਪਰਾਈ ਨਿੰਦਿਆ ਤੇ ਚਿੰਦਾ ਹੁੰਦੀ ਉਸਤਤੀ ਕਰਦੀ ਰਹਿਣੀ ਹੈ ਹਮੇਸ਼ਾ, ਅਤੇ ਝੂਠੀ ਤਬਾਰੀ ਚੁਗਲੀ ਲਾਉਂਦੀ ਰਹਿਣੀ ਹੈ, ਇਹ ਤੂੰ ਛੱਡ ਦੇ। ਇਹਦਾ ਫਲ ਤੈਨੂੰ ਦੁੱਖ ਭੋਗਣਾ ਪੈਣਾ। ਦੇਹੀ ਕਹਿੰਦੀ ਤੂੰ ਵੀ ਛੱਡ ਦੇ ਪੁੱਠੇ ਕੰਮ, ਇੱਕ ਦੂਜੇ ਤੋਂ ਪੁੱਠੇ ਕੰਮ ਛੁਡਾ ਰਹੇ ਨੇ। ਦੇਹੀ ਕਹਿੰਦੀ ਆਤਮਾ ਨੂੰ, ਜੀਵ ਆਤਮਾ ਨੂੰ, ਉਹ ਕਹਿੰਦੇ ਮੈਂ ਕੀ ਪੁੱਠੇ ਕੰਮ ਕਰਦਾ? ਕਹਿੰਦੇ ਦੱਸਾਂ ਤੈਨੂੰ ਕੀ ਕੀ ਪੁੱਠੇ ਕੰਮ ਕਰਦਾ ਤੂੰ। ਵੇਲ ਪਰਾਈ ਜੋ ਹੈ ਜੀੜੇ, ਕਰਹਿ ਚੋਰੀ ਬੁਰਿਆਈ। ਦੇਹੀ ਕਹਿੰਦੀ ਹੈ ਜੀਵ ਤੂੰ ਜੀਵ ਕਿਹੜਾ ਭਲਾ ਮਾਨਸ ਹੈ, ਤੂੰ ਤਾਂ ਪਰਾਈਆਂ ਵੇਲ ਤੋਂ ਭਾਵ ਇਸਤਰੀਆਂ ਵੱਲ ਖੋਟੀ ਨਿਗਾਹ ਨਾਲ ਨਹੀਂ ਦੇਖਦਾ ਅੰਦਰੋਂ, ਅਤੇ ਚੋਰੀ ਆਦਿਕ ਬੁਰਾਈਆਂ ਕਰਦਾ ਰਹਿਣਾ, ਹਮੇਸ਼ਾ ਚੋਰੀਆਂ ਕਰਦਾ, ਬੁਰਾਈਆਂ ਕਰਦਾ, ਤੂੰ ਕਿਹੜਾ ਚੰਗਾ। ਅੱਗੋਂ ਜੀਵ ਕਹਿੰਦਾ ਹੰਸ ਚੱਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਈ ਹੈ ਨਾਰੀ। ਕਹਿੰਦੇ ਹੇ ਕਾਇਆ, ਜਿਸ ਵੇਲੇ ਹੰਸ ਤੋਂ ਭਾਵ ਜੀਵ ਚਲਿਆ ਗਿਆ ਨਾ ਮੈਂ, ਤਾਂ ਤੂੰ ਪਿੱਛੇ ਇਸ ਤਰ੍ਹਾਂ ਰਹੇਗੀ ਜਿਵੇਂ ਛੁੱਟੜ ਇਸਤਰੀ ਹੁੰਦੀ। ਲੋਕੀ ਤੈਨੂੰ 4 ਜਣੇ ਚੁੱਕ ਕੇ ਲੈ ਕੇ ਜਾਣਗੇ, ਦੇਖ ਲਾ, ਤੈਨੂੰ ਸਾੜ ਦੇਣਾ ਦੁਨੀਆ ਨੇ। ਤੇਰੀ ਕਦਰ ਮੇਰੇ ਨਾਲ ਹੀ ਹੈ। ਜਦੋਂ ਮੈਂ ਤੇਰੇ ਵਿੱਚੋਂ ਨਿਕਲ ਗਿਆ ਜੀਵ ਆਤਮਾ, ਤਾਂ ਤੈਨੂੰ ਕਿਸੇ ਨੇ ਪੁੱਛਣਾ ਨਹੀਂ। ਤਾਂ ਉਸ ਵਕਤ ਕਹਿੰਦੇ ਤੂੰ ਕਾਇਆ ਰਹੀ ਹੈ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਹੇ ਕਾਇਆ, ਤੂੰ ਤਾਂ ਸੰਸਾਰ ਸੁਪਨੇ ਅੰਦਰ ਇਸਤਤ ਹੋ ਰਹੀ ਹੈ। ਜੀਵ ਆਤਮਾ ਕਹਿੰਦਾ। ਦੇਹੀ ਨੇ ਕਿਹਾ ਇਹ ਜੀਵ ਤੂੰ ਤਾਂ ਕਿਹੜਾ ਚੰਗਾ ਕਰਮ ਕਮਾਇਆ, ਫਿਰ ਤੂੰ ਕੀ ਕਰਦਾ, ਤੈਨੂੰ ਮੈਂ ਦੱਸਾਂ ਤੇਰੇ ਕਰਮ। ਦੇਹੀ ਕਹਿਣ ਲੱਗੀ ਕਰ ਚੋਰੀ ਮੈਂ ਜਾਂ ਕਿਛ ਲੀਆ, ਤਾਂ ਮਨ ਭਲਾ ਪਾਇਆ। ਜੀਵ ਕਹਿੰਦਾ ਇਹ ਕਾਇਆ, ਜਦ ਮੈਂ ਚੋਰੀ ਕਰਕੇ ਤੇਰੇ ਖਾਣ ਪੀਣ ਵਾਸਤੇ ਕੁਝ ਲਿਆਉਣਾ, ਤਾਂ ਹੀ ਤੇਰੇ ਮਨ ਵਿੱਚ ਮੈਂ ਚੰਗਾ ਲੱਗਦਾ। ਅੱਗੋਂ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਘਰ ਵਿੱਚ ਇਸ ਤਰ੍ਹਾਂ ਦੀ ਇਸਤਰੀ ਪਤੀ ਦਾ ਝਗੜਾ ਹੁੰਦਾ ਰਹਿੰਦਾ, ਇਹ ਪਤੀ ਪਤਨੀ ਦਾ ਝਗੜਾ ਵੀ ਹੈ, ਇਹ ਜੀਵ ਅਤੇ ਕਾਇਆ ਦਾ ਵੀ ਝਗੜਾ। ਇਸ ਝਗੜੇ ਨੂੰ ਹੁਣ ਸਤਿਗੁਰੂ ਸੁਲਝਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ
ਹਲਤ ਨਾ ਸੋਭਾ ਪਲਤ ਨਾ ਢੋਈ ਅਹਿਲਾ ਜਨਮ ਗਵਾਇਆ। ਕਹਿੰਦੇ ਉਹਨਾਂ ਦੀ ਇਸ ਲੋਕ ਵਿੱਚ ਵੀ ਸੋਭਾ ਨਹੀਂ ਹੁੰਦੀ ਭਾਈ, ਜਿਹੜੇ ਲੜਦੇ ਰਹਿੰਦੇ ਆ, ਪਰ ਲੋਕ ਵਿੱਚ ਵੀ ਕੋਈ ਜਗ੍ਹਾ ਨਹੀਂ ਮਿਲਦੀ ਉਹਨਾਂ ਪਤੀ ਪਤਨੀ ਨੂੰ, ਕਿਉਂਕਿ ਉਹਨਾਂ ਨੇ ਸੁੰਦਰ ਮਨੁੱਖਾ ਜਨਮ ਤਾਂ ਐਵੇਂ ਦੋਨਾਂ ਨੇ ਲੜ ਲੜ ਕੇ ਹੀ ਗਵਾ ਲਿਆ। ਨਾ ਉਹਨੇ ਬਾਣੀ ਪੜ੍ਹੀ, ਨਾ ਉਹਨੇ ਬਾਣੀ ਪੜ੍ਹੀ, ਨਾ ਉਹਨੇ ਸੇਵਾ ਕੀਤੀ, ਨਾ ਤੂੰ ਮੈਂ ਕਰਦਿਆਂ ਸਵੇਰ ਹੋ ਗਈ ਸ਼ਾਮ ਹੋ ਗਈ, ਸਵੇਰ ਹੋ ਗਈ ਸ਼ਾਮ ਹੋ ਗਈ। ਕਹਿੰਦੇ ਉਹ ਪਤੀ ਪਤਨੀ ਲੜ ਲੜ ਕੇ ਦੋਵੇਂ ਜਾਣੇ ਮਰ ਕੇ ਡੰਗਰਾਂ ਵਾਂਗੂ, ਕਾਵਾਂ ਚਿੜੀਆਂ ਵਾਂਗੂ ਜ਼ਿੰਦਗੀ ਲੰਘਾਤੀ ਉਹਨਾਂ ਨੇ। ਉਹਨਾਂ ਕਦੇ ਮਿਲ ਬੈਠ ਕੇ ਭਗਤੀ ਨਾ ਕੀਤੀ ਦੋਵਾਂ ਨੇ। ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਦੋਨਾਂ ਨੂੰ ਹੀ ਉਪਦੇਸ਼ ਹੈ, ਸਰੀਰ ਨੂੰ ਵੀ ਆਤਮਾ ਨੂੰ ਵੀ, ਕਿਉਂਕਿ ਇਹ ਵੀ ਪਤੀ ਪਤਨੀ ਹੈ ਦੋਵੇਂ ਜਾਣੇ ਹੀ। ਇਸੇ ਪ੍ਰਕਾਰ ਪ੍ਰਤੱਖ ਵੀ ਪਤੀ ਪਤਨੀ ਨੂੰ ਉਪਦੇਸ਼ ਕਰਦੇ ਨੇ। ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਓ। ਮਹਾਰਾਜ ਕਥਨ ਕਰਦੇ ਨੇ, ਦੇਹੀ ਆਖਦੀ ਹੈ ਜੀਵ ਤੇਰੇ ਬਿਨਾ ਮੈਂ ਚੰਗੀ ਦੁਹੇਲੀ ਦੁਖੀ ਹੋ ਰਹੀ ਹਾਂ, ਹੁਣ ਤਾਂ ਮੇਰੀ ਕੋਈ ਗੱਲ ਵੀ ਨਹੀਂ ਪੁੱਛਦਾ, ਕਿਉਂਕਿ ਹੁਣ ਤੂੰ ਮੇਰੇ ਵਿੱਚ ਹੈ ਨਹੀਂ। ਵਿਸ਼ਰਾਮ ਦੇ ਕੇ ਕਿਹਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵੱਲੋਂ ਦੋਵਾਂ ਨੂੰ ਸਿਰਫ ਸਿੱਖਿਆ ਦਿੰਦੇ ਨੇ। ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇ ਰੇ ਭਾਰਾ। ਕਹਿੰਦੇ ਤੁਰਕਾਨ ਦੇਸ਼ ਦੇ ਤਾਜੀ ਹੁੰਦੇ ਘੋੜੇ, ਸੋਇਨਾ ਸੋਨਾ, ਰੂਪਾ ਕਹੀਏ ਚਾਂਦੀ ਨੂੰ, ਤੇ ਕੱਪੜਿਆਂ ਦੇ ਭਾਰ। ਕਿਸ ਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ। ਕਹਿੰਦੇ ਇਤਿਆਦਿਕ ਸਾਰੇ ਪਦਾਰਥ ਅੱਜ ਤੱਕ ਕਿਸੇ ਦੇ ਨਾਲ ਨਹੀਂ ਚੱਲੇ। ਦੋਨਾਂ ਨੂੰ ਸਮਝਾਉਂਦੇ ਆ ਮਹਾਰਾਜ ਕਥਨ ਕਰਦੇ, ਮੂਰਖ ਬੰਦਾ ਕਹਿੰਦੇ ਐਵੇਂ ਇਹਨਾਂ ਦੇ ਉੱਤੇ ਝੜ ਝੜ ਕੇ ਡਿੱਗ ਡਿੱਗ ਕੇ ਪਈ ਜਾਂਦਾ। ਪਤੀ ਪਤਨੀ ਨੂੰ ਵੀ ਸਮਝਾਉਂਦੇ ਨੇ ਮਹਾਰਾਜ, ਦੇਹੀ ਅਤੇ ਆਤਮਾ ਨੂੰ ਸਮਝਾਉਂਦੇ, ਦੋਨਾਂ ਨੂੰ ਸਮਝਾਉਂਦੇ ਨੇ। ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਮਿਸ਼ਰੀ ਦੇ ਕੂਜਾ ਤੋਂ ਭਾਵ ਕੁੱਜੇ, ਇਹ ਪਾਠ ਕੂਜਾ ਬੋਲਣਾ, ਕੂਜਾ ਮੇਵਾ ਮੈਂ ਸਭ ਕੇ ਚਾਖਿਆ। ਕੂਜਾ ਮਿਸ਼ਰੀ ਤੇ ਮੇਵਾ ਹੁੰਦੇ ਨੇ ਜਿਵੇਂ ਬਦਾਮ ਗਿਰੀਆਂ ਆਦਿਕ ਸਾਰੀਆਂ ਚੀਜ਼ਾਂ। ਕੂਜਾ ਪ੍ਰਿਥਵੀ ਦੇ ਜਾਏ ਹੋਏ ਜਿਹੜੇ ਅਰਥਾਤ ਪੈਦਾ ਕੀਤੇ ਫਲ, ਮੇਵਾ ਸੌਗੀ ਪਿਸਤੇ ਬਦਾਮ ਖਰੋਟ ਵਗੈਰਾ ਸਭ ਕੁਝ ਚਖਿਆ ਖਾਧਾ। ਪਰ ਇਹਨਾਂ ਸਾਰਿਆਂ ਨਾਲੋਂ ਇੱਕ ਆਪ ਜੀ ਦਾ ਨਾਮ ਅੰਮ੍ਰਿਤ ਮਿੱਠਾ ਹੈ। ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ। ਜੋ ਨੀਹਾਂ ਦੇ ਕੇ ਦੀਵਾਲ ਕੰਧ ਚੰਗੀ ਉੱਚੀ ਚੱਕੀ ਸੀ, ਡੂੰਘੀਆਂ ਨੀਹਾਂ ਪੱਟ ਕੇ ਉਹ ਫਿਰ ਮੰਦਰ ਜਿਹੜਾ ਭਸ ਸਵਾਹ ਦੀ ਢੇਰੀ ਹੋ ਗਿਆ। ਇੱਕ ਦਿਨ ਉਹ ਸਾਰੇ ਸੇਪੀ ਧੈਂਦੇ ਡਿੱਠ ਮੈਂ, ਉਹ ਵੀ ਕਹਿੰਦੇ ਧੈਂਦੇ ਦੇਖੀ ਦੇ ਨੇ, ਵੱਡੇ ਵੱਡੇ ਜਿਹੜੇ ਮਹਿਲ ਮੰਦਰ ਮਾੜੀਆਂ ਹੁੰਦੇ ਨੇ, ਘਰ ਢਹਿ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਮਨ ਲਗਾ ਕੇ ਚੰਗੇ ਪਦਾਰਥ ਖਵਾ ਕੇ ਸਰੀਰ ਦੀ ਪਾਲਣਾ ਕੀਤੀ, ਇਹ ਸਰੀਰ ਮੰਦਰ ਨੇ ਸਵਾਹ ਦੀ ਢੇਰੀ ਹੋ ਜਾਣਾ। ਅਖੀਰ ਨੂੰ ਇਹਨੂੰ ਚੋਰੀ ਕਰ ਕਰਕੇ ਖਵਾਇਆ, ਝੂਠ ਬੋਲ ਕੇ ਖਵਾਇਆ, ਇਹ ਤੇ ਜ਼ੋਰ ਲਾਇਆ, ਇਹਨੂੰ ਸੈਂਟਾ ਮਲ, ਤੇਲ ਮਲ, ਸਾਬਣ ਮਲ, ਪਤਾ ਨਹੀਂ ਦੇਹੀ ਵਾਸਤੇ ਕੀ ਕੀ ਕਰਦਾ, ਹਾਰ ਸ਼ਿੰਗਾਰ ਕਰਦਾ, ਬਿਊਟੀ ਪਾਰਲਰ ਜਾਂਦਾ, ਹੋਰ ਸਜਾਉਂਦਾ, ਇਹਨੂੰ ਜ਼ੋਰ ਲਾਈ ਜਾਂਦੇ ਆਪਣਾ। ਮਹਾਰਾਜ ਕਹਿੰਦੇ ਦੇਹੀ ਤੇ ਜ਼ੋਰ, ਜਿਹੜੀ ਚੀਜ਼ ਨੇ ਰਹਿਣਾ ਨਹੀਂ ਉਹ ਤੇ ਜ਼ੋਰ ਲਾਈ ਜਾਂਦੇ, ਜਿਹਨੇ ਸਵਾਹ ਹੋ ਜਾਣਾ। ਤੇ ਜਿਹੜੀ ਅੰਦਰਲੀ ਆਤਮਾ ਉਹਨੂੰ ਸਵਾਰਿਆ ਨਹੀਂ। ਸੰਚੇ ਸੰਚ ਨਾ ਦੇਈ ਕਿਸੇ, ਅੰਧ ਜਾਣੈ ਸਭ ਮੇਰੀ। ਸੰਚ ਹੁੰਦਾ ਪਦਾਰਥਾਂ ਨੂੰ ਸੰਚੇ ਇਕੱਠਾ ਕਰੀ ਜਾਂਦਾ, ਪਦਾਰਥ ਇਕੱਠੇ ਕਰੀ ਜਾਂਦਾ, ਕਿਸੇ ਨੂੰ ਦਿੰਦਾ ਨਹੀਂ। ਇਹ ਨਹੀਂ ਦੇਣਾ, ਇਹ ਨਹੀਂ ਦੇਣਾ, ਅੰਦਰ ਰੱਖ ਲੋ, ਇਹ ਅੰਦਰ ਰੱਖ ਲੋ, ਇਹ ਬੈਂਕਾਂ 'ਚ ਰੱਖ ਲੋ, ਇਹ ਟੋਏ ਪੱਟ ਕੇ ਦੱਬ ਲੋ, ਇਹ ਉੱਥੇ ਰੱਖ ਲੋ ਬਈ ਰੱਖ ਲੋ। ਅਰੇ ਕਿਸੇ ਨੂੰ ਦਿੰਦੇ ਨਹੀਂ, ਕਿਉਂਕਿ ਇੰਨਾ ਜਾਣਦਾ ਹੀ ਨਹੀਂ ਕਿ ਸਾਰੀ ਦੌਲਤ ਮੇਰੀ। ਕਹਿੰਦਾ ਇਹ ਸਾਰੀ ਮੇਰੀ ਹੈ, ਸਾਰੀ ਮੇਰੀ ਹੈ, ਐਂ ਹੀ ਕਰੀ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਕੁ ਸੋਨਾ ਤੇਰੇ ਕੋਲੇ? ਕਿਲੋ, 2 ਕਿਲੋ, 5 ਕਿਲੋ, 10 ਕਿਲੋ, 20 ਕਿਲੋ ਸੋਨਾ ਜੋੜ ਲੇਗਾ? ਆ ਤੈਨੂੰ ਦਸੀਏ। ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੈ ਨ ਕੇਰੀ। ਉਹ ਜਿਹੜੇ ਰਾਵਣ ਦੀ ਲੰਕਾ ਸੋਨੇ ਦੀ ਸੀ, ਦੇਖ ਲਾ ਕਿੰਨੀ ਹੋਣੀ ਆ, ਮਾੜੀ ਹੁੰਦੀ, ਅਟਾਰੀ ਵੀ ਸੋਨੇ ਦੀ ਸੀ। ਜੇ ਉਹ ਰਾਵਣ ਆਪਣੇ ਨਾਲ ਕੁਝ ਨਹੀਂ ਲੈ ਗਿਆ ਤਾਂ ਹੋਰ ਕੌਣ ਲਿਜਾ ਸਕਦਾ? ਇਹ ਨਿਯਮ ਸਮਝ ਲਓ ਕਿ ਸੰਪਦਾ ਕਿਸੇ ਦੀ ਨਹੀਂ ਹੁੰਦੀ। ਸੁਣ ਮੂਰਖ ਮਨ ਜਾਣਾ, ਹੋਗ ਤਿਸੈ ਕਾ ਭਾਣਾ ਰਹਾਓ। ਕਹਿੰਦੇ ਇਹ ਅਣਜਾਣਾ ਬੇਸਮਝ ਮੂਰਖ ਮਨ ਸੁਣ, ਉਹ ਪਰਮੇਸ਼ਰ ਦੇ ਭਾਣੇ ਅਨੁਸਾਰ ਹੀ ਸਭ ਕੁਝ ਹੁੰਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਾਹੋ ਹਮਾਰਾ ਠਾਕੁਰ ਭਾਰਾ, ਹਮ ਤਿਸ ਕੇ ਵਣਜਾਰੇ। ਉਹ ਸਾਡਾ ਮਾਲਕ ਵੱਡਾ ਸ਼ਾਹ ਹੈ ਅਤੇ ਅਸੀਂ ਸਾਰੇ ਉਹਦੇ ਵਣਜਾਰੇ ਹਾਂ। ਜੀਓ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀ ਵਾਲੇ।
ਸਾਡਾ ਜਿਹੜਾ ਜੀਵ ਪਿੰਡ ਸਰੀਰ ਆਦਿਕ ਸਾਰੀ ਮੂੜੀ ਉਹਦੀ ਦਿੱਤੀ ਹੋਈ ਹੈ, ਉਹ ਆਪ ਹੀ ਮਾਰਦਾ ਹੈ, ਆਪ ਹੀ ਜੀਵ ਨੂੰ ਜਿਵਾਉਂਦਾ ਹੈ। ਸੋ ਇਸ ਕਰਕੇ ਆਪਾਂ ਜਿੰਨੇ ਵੀ ਜੀਵ ਆ, ਆਪਾਂ ਸਰੀਰ ਦੇ ਤੇ ਇਹਦੇ ਖਾਣ ਪਿਆਉਣ ਦੇ ਮਾਰੀ ਮਾਰਚੇ ਪਾਸ਼ਾ ਮਗਰ ਲੱਗੇ ਰਹਿੰਦੇ, ਜੋੜਨ ਦੇ ਮਗਰ ਲੱਗੇ ਰਹਿੰਦੇ। ਮੈਂ ਦੇਣਾ ਨਹੀਂ ਕਿਸੇ ਨੂੰ, ਮੈਂ ਉਹਨੂੰ ਨਹੀਂ ਦੇਣਾ। ਸਤਿਗੁਰੂ ਮਹਾਰਾਜ ਨੇ ਪਹਿਲਾਂ ਤਾਂ ਸਰੀਰ ਦੀ ਅਤੇ ਅੰਦਰਲੇ ਸਰੂਪ ਦੀ ਜਿਹੜੀ ਹੈ, ਰੂਪ ਅਤੇ ਸਰੂਪ ਦੀ ਸੰਵਾਦ ਦੱਸਿਆ। ਉਦੋਂ ਬਾਅਦ ਮਹਾਰਾਜ ਨੇ ਆਪਣੀ ਸਿੱਖਿਆ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਮਹਾਰਾਜ ਨੇ 13 ਸ਼ਬਦਾਂ ਤੱਕ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ। ਸੋ 9 ਵਜੇ ਤੋਂ ਲੈ ਕੇ ਇਹ ਕਥਾ 10 10:30 ਤੱਕ, 11 ਵਜੇ ਤੱਕ ਰਿਕਾਰਡਿੰਗ ਟਾਈਮ ਹੈ ਆਪਣਾ। ਸੋ ਜਿੰਨਾ ਵੀ ਆਪਾਂ ਕਰ ਸਕਾਂਗੇ ਹਿੰਮਤ ਉਨੀ ਕਰਾਂਗੇ। ਹੌਲੀ ਹੌਲੀ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਜਿਵੇਂ ਸਤਿਗੁਰੂ ਸਰੀਰ ਨੂੰ ਤਕੜਾ ਕਰਨਗੇ ਉਸੇ ਤਰ੍ਹਾਂ ਹੀ ਅੱਗੇ ਅੱਗੇ ਵਧੀ ਜਾਵਾਂਗੇ। ਸਤਿਗੁਰੂ ਦੀ ਮਿਹਰ ਹੋਵੇਗੀ। ਔਰ ਸਤਿਗੁਰੂ ਦੇ ਉੱਤਮ ਵਿਚਾਰਾਂ ਨਾਲ ਹੀ ਮਨ ਦੇ ਅੰਦਰ ਉੱਤਮ ਖਿਆਲ ਪੈਦਾ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹੀ ਜੀ ਸਿੱਖਿਆ ਬਖਸ਼ਿਸ਼ ਕਰਦੇ ਹੋ। ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਵਸ ਜਾਵੇ, ਅਸੀਂ ਵੀ ਸਿੱਖਿਆ ਕਮਾ ਕੇ ਸੰਸਾਰ ਸਾਗਰ ਤੋਂ ਤਰ ਜਾਈਏ।